So in order to put less impact, we ਜ਼ਿਆਦਾ ਤੌਰ ਤੇ ਨਰਸਾਂ ਤੇ ਪ੍ਰੈਸ਼ਰ ਨਾ ਪਵੇ ਜਾਂ ਸਟਾਫ ਤੇ ਨਾ ਪਵੇ ਤੇ ਸਾਡੇ ਵਰਗੀਆਂ ਨਰਸਾਂ ਅੱਗੇ ਆ ਗਈਆਂ। And so we had the opportunity ਕਿ ਵੀ ਅਸੀਂ ਜਾ ਕੇ ਮਦਦ ਕਰੀਏ front lines ਦੇ ਉੱਪਰ ਦੁਆਰਾ। More like team lead, managing ਜੋ departments ਹੈਗੇ ਨੇ ਉਹਨਾਂ ਨੂੰ make sure ਕਰਨਾ ਕਿ ਵੀ ਜੋ ਸਟਾਫ ਹੈਗਾ ਸਹੀ ਤਰੀਕੇ ਨਾਲ ਆਪਦੇ ਪ੍ਰੋਟੈਕਸ਼ਨ ਪਾ ਰਿਹਾ ਹੈਗਾ, ਸਹੀ ਤਰੀਕੇ ਨਾਲ ਕੰਮ ਕਰ ਰਿਹਾ, ਜੋ interdisciplinary communication ਹੈਗੀ ਇੱਕ ਦੂਜੇ ਨਾਲ ਉਹ ਸਹੀ ਤਰੀਕੇ ਨਾਲ ਹੋ ਰਹੀ ਹੈ ਤਾਂ ਕਿ ਇਹ ਬਿਮਾਰੀ ਫੈਲੇ ਨਾ। So control 'ਚ ਰੱਖਣ ਲਈ a lot of nurses stepped forward, even ਜਿਹੜੀਆਂ retire ਹੋਈਆਂ ਨਰਸਾਂ ਉਹ ਵੀ ਅੱਗੇ ਆ ਕੇ ਕੰਮ ਕਰ ਰਹੀਆਂ ਨੇ ਇਸ ਤਰ੍ਹਾਂ। ਸੋ ਜਦੋਂ ਤੁਸੀਂ ਇਹ ਡਿਸੀਜਨ ਲਿਆ ਤੁਸੀਂ ਆਪਣੀ ਫੈਮਿਲੀ ਦੇ ਨਾਲ ਵੀ ਕੰਸਲਟ ਕੀਤਾ ਆ ਕਿ ਮੈਂ ਸੋਚ ਰਹੀ ਵੀ ਮੈਂ ਉੱਥੇ ਜਾ ਕੇ ਫਰੰਟ ਲਾਈਨਸ 'ਤੇ ਕੰਮ ਕਰਾਂ? ਜੇ ਤੁਸੀਂ ਇਹ ਕੰਮ ਆਪਦੇ ਪੈਸ਼ਨ ਲਈ ਕਰ ਰਹੇ ਆ ਜਾਂ ਸਹੀ ਰੀਜ਼ਨ ਕਰਕੇ ਤੁਸੀਂ ਨਰਸ ਬਣੇ ਹੈਗੇ ਆ the majority of the nurses decide on their own ਕਿ ਅਸੀਂ ਜਾ ਕੇ ਇਹ ਮਦਦ ਕਰਨੀ ਹੈ, ਸਾਡੀ ਡਿਊਟੀ ਬਣਦੀ ਹੈਗੀ ਹੈ, ਫਰਜ਼ ਆ ਸਾਡਾ। So they were they're ਕਹਿ ਲਓ proud of me, but at the same time ਉਹਨਾਂ ਨੂੰ ਆਪਦੀ ਹਰੇਕ ਨੂੰ ਆਪਦਾ ਡਰ ਪੈ ਜਾਂਦਾ ਕਿ oh no she's gone back ਤੇ ਉੱਥੇ ਕੋਵਿਡ ਹੈਗਾ ਤੇ ਸਾਨੂੰ ਨਾ ਬਿਮਾਰੀ ਲੱਗ ਜਾਵੇ। Obviously ਜ਼ਿਆਦਾ ਰਿਸਕ ਹੁੰਦਾ ਹੈਗਾ, so ਅਸੀਂ ਤੁਹਾਡੇ ਲਈ ਪ੍ਰੋਵਾਈਡ ਕਰ ਸਕਦੇ ਹੈਗੇ ਆ। So I took that opportunity because ਮੇਰੀ ਫੈਮਿਲੀ ਨੂੰ ਮੈਂ ਰਿਸਕ ਵਿੱਚ ਨਹੀਂ ਸੀ ਪਾਉਣਾ ਚਾਹੁੰਦੀ, so I took the opportunity of living separate। ਹੁਣ ਘੱਟ ਸਾਨੂੰ ਨਜ਼ਰ ਆ ਰਹੇ ਨੇ ਪਰ that's only because restrictions ਸੀਗੀਆਂ, ਉਸ ਵਕਤ ਆਪਾਂ ਕੰਟਰੋਲ 'ਚ ਕਰ ਲਿਆ, ਕੰਟੇਨ ਕਰਨ ਲੱਗੇ ਹੋਏ ਹੈਗੇ ਆ। ਸੋ ਜੋ ਹੈਲਥ ਅਥਾਰਟੀਜ਼ ਹੈਗੀਆਂ ਫਿਰ ਉਹਨਾਂ ਨੇ ਡਿਸਾਈਡ ਕੀਤਾ ਸੀ ਕਿ ਕੋਵਿਡ ਜੋ ਯੂਨਿਟ ਹੈਗੇ ਨੇ ਇਹਨਾਂ ਨੂੰ ਸੈਪਰੇਟ ਰੱਖਣਾ ਹੈਗਾ ਦੂਸਰੇ ਯੂਨਿਟਸ ਨਾਲੋਂ। ਕੋਵਿਡ ਇਸ ਤਰ੍ਹਾਂ ਦੀ ਬਿਮਾਰੀ ਆ ਕਿ ਵੈਕਸੀਨ ਆਪਾਂ ਨੂੰ ਸਭ ਨੂੰ ਪਤਾ ਹਜੇ ਬਣੀ ਨਹੀਂ ਕੋਈ ਵੀ ਇਹਦੇ ਲਈ, ਕੋਈ ਬਿਮਾਰੀ ਦੀ ਇਹਦੀ ਟ੍ਰੀਟਮੈਂਟ ਹੈ ਨਹੀਂ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਵੇਖਦੇ ਵਿਊਅਰਸ ਦਾ ਫਿਰ ਤੋਂ ਸਵਾਗਤ ਹੈ ਅੱਜ ਦੀ ਮਾਰਨਿੰਗ ਸ਼ੋਅ ਦੇ ਵਿੱਚ। ਮੈਂ ਹਾਂ ਤੁਹਾਡੀ ਆਪਣੀ ਸੁੱਖੀ ਤੇ ਜਿੱਦਾਂ ਅਸੀਂ ਤੁਹਾਨੂੰ ਸ਼ੋਅ ਦੇ ਸ਼ੁਰੂਆਤ ਵਿੱਚ ਦੱਸਿਆ ਸੀਗਾ ਅੱਜ ਸਾਡੇ ਨਾਲ ਨੇ ਡਿੰਪਲ ਕੌਰ ਸਰਾਂ ਜੋ ਕਿ ਇੱਕ ਰਜਿਸਟਰਡ ਨਰਸ ਹਨ ਵਿਦ ਦ ਵੈਂਕੂਵਰ ਕੋਸਟਲ ਹੈਲਥ ਅਥਾਰਟੀ। ਇੱਕ ਇਹ ਸੋਸ਼ਲ ਸਾਡੇ ਇੱਥੇ ਐਡਵੋਕੇਟ ਵੀ ਆ ਐਂਡ ਸ਼ੀ ਇਜ਼ ਹੈਵੀਲੀ ਇਨਵੋਲਵਡ ਵਿਦ ਦ ਕਮਿਊਨਿਟੀ। ਪਰ ਇੱਕ ਖਾਸੀਅਤ ਹੈ ਕਿ ਇਹ ਰਜਿਸਟਰਡ ਨਰਸ ਹਨ ਅਤੇ ਫਰੰਟ ਲਾਈਨਸ ਦੇ ਵਿੱਚ ਕੰਮ ਕਰਦੇ ਆ ਵੈਂਕੂਵਰ ਜਨਰਲ ਹਸਪੀਟਲ ਦੇ ਵਿੱਚ ਅਤੇ ਖਾਸ ਕਰਕੇ ਕੋਵਿਡ ਯੂਨਿਟ ਦੇ ਵਿੱਚ। ਸੋ 1-on-1 ਇਹਨਾਂ ਦੇ ਐਨਕਾਊਂਟਰਸ ਹੁੰਦੇ ਆ ਜਿਹੜੇ COVID-19 ਦੇ ਨਾਲ ਪੀੜਿਤ ਨੇ ਅਤੇ ਅਸੀਂ ਜ਼ਰੂਰ ਇਹ ਇੱਥੇ ਮੈਂਸ਼ਨ ਕਰਨਾ ਚਾਹੁੰਦੇ ਹਾਂ ਕਿ ਕੋਵਿਡ ਨੇ ਸਾਡੀ ਜਿਹੜੀ ਫਾਈਨੈਂਸ਼ੀਅਲ ਸਟੇਟਸ ਹੈ ਉਹ ਅਫੈਕਟ ਕੀਤੀ ਆ, ਸਾਡੀ ਜਿਹੜੀ ਇਕੋਨਮੀ ਉਹ ਅਫੈਕਟ ਕੀਤੀ ਆ, ਸਾਡੀ ਜਿਹੜੀ ਸੋਸ਼ਲ ਸਰਕਲਸ ਆ, ਸੋਸ਼ਲ ਐਕਟੀਵਿਟੀਜ਼ ਉਹ ਅਫੈਕਟ ਕੀਤੀ ਆ। ਪਰ ਜਿਹੜੇ ਫਰੰਟ ਲਾਈਨ ਵਰਕਰਸ ਆ ਇਹਨਾਂ 'ਤੇ ਕੀ ਇਫੈਕਟ ਪਏ ਆ, ਖਾਸ ਕਰਕੇ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ। ਡਿੰਪਲ ਨੂੰ ਆਲਮੋਸਟ 2 ਮਹੀਨੇ ਹੋ ਗਏ ਆਪਣੀ ਫੈਮਿਲੀ ਤੋਂ ਅਲੱਗ ਰਹਿ ਰਹੀ ਨੂੰ। ਵਾਈ ਆਈ ਅਕਾਊਂਟ ਵਿਟਨੈਸ ਹੈ ਇਹਨਾਂ ਦਾ ਵੀ ਉੱਥੇ ਬਿਹਾਈਂਡ ਦ ਸੀਨਸ ਕੀ ਹੋ ਰਿਹਾ ਆ। ਸੋ ਬਾਹਲੀ ਦੇਰ ਨਾ ਲਾਉਂਦੇ ਹੋਏ ਅਸੀਂ ਅੱਜ ਸ਼ੋਅ ਦੇ ਵਿੱਚ ਸਾਡੇ ਨਾਲ ਨੇ ਵਾਇਆ ਵੀਡੀਓ ਕਾਨਫਰੰਸਿੰਗ ਕਾਲ ਸਾਡੀ ਆਪਣੀ ਦਪਿੰਦਰ ਕੌਰ ਸਰਾਂ ਰਜਿਸਟਰਡ ਨਰਸ। ਸੋ ਆਓ ਆਪਾਂ ਰਲ ਕੇ ਇਹਨਾਂ ਦਾ ਸਵਾਗਤ ਕਰੀਏ। ਡਿੰਪਲ, ਵੈਲਕਮ ਟੂ ਦ ਸ਼ੋਅ। ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਐਂਡ ਥੈਂਕਸ ਫॉर ਹੈਵਿੰਗ ਮੀ ਔਨ ਦ ਸ਼ੋਅ ਸੁਖੀ। ਡਿੰਪਲ, ਜਦੋਂ COVID-19 ਜਦੋਂ ਇੱਕ ਪੈਂਡੈਮਿਕ ਇੱਥੇ ਬਣ ਗਿਆ ਖਾਸ ਕਰਕੇ BC ਦੇ ਵਿੱਚ, ਤੁਸੀਂ ਕਦੋਂ ਡਿਸਾਈਡ ਕੀਤਾ ਕਿ ਤੁਸੀਂ ਫਰੰਟ ਲਾਈਨਸ ਦੇ ਉੱਤੇ ਜਾ ਕੇ ਕੰਮ ਕਰਨਾ ਖਾਸ ਕਰਕੇ ਕੋਵਿਡ ਯੂਨਿਟ ਦੇ ਵਿੱਚ? ਉਦੋਂ ਕਹਿ ਲਓ ਵੀ ਸ਼ੁਰੂਆਤ ਸੀਗੀ ਕੋਵਿਡ ਦੀ, ਹਜੇ ਪੀਕ ਨਹੀਂ ਸੀ ਹੋਇਆ ਲੇਕਿਨ ਜਿਵੇਂ ਆਪਾਂ ਸੋਚ ਰਹੇ ਸੀ ਕਿ ਬੋਰਡਰਸ ਬੰਦ ਹੋ ਜਾਣੇ ਆ ਜਾਂ ਇਟ ਇਜ਼ ਸਪਰੈਡਿੰਗ। ਸੋ ਉਸ ਵਕਤ ਮੈਂ ਸੋਚਿਆ ਕਿ ਆਈ ਨੀਡ ਟੂ ਬੀ ਦੇਅਰ ਟੂ ਹੈਲਪ ਕਿਉਂਕਿ ਆਲਰੇਡੀ ਨਰਸਿੰਗ ਦੀ ਸ਼ੋਰਟੇਜ ਪਹਿਲਾਂ ਤੋਂ ਹੀ ਹੈਗੀ ਆ ਸਾਨੂੰ ਪਤਾ ਹੈਗਾ। ਸੋ ਇਨ ਆਰਡਰ ਟੂ ਪੁੱਟ ਲੈਸ ਇੰਪੈਕਟ ਵੀ ਜ਼ਿਆਦਾ ਤੌਰ ਤੇ ਨਰਸਾਂ ਤੇ ਪ੍ਰੈਸ਼ਰ ਨਾ ਪਵੇ ਜਾਂ ਸਟਾਫ ਤੇ ਨਾ ਪਵੇ ਤੇ ਸਾਡੇ ਵਰਗੀਆਂ ਨਰਸਾਂ ਅੱਗੇ ਆ ਗਈਆਂ। ਸਾਨੂੰ ਆਲਰੇਡੀ ਈਮੇਲਸ ਵੀ ਆ ਰਹੀਆਂ ਸੀਗੀਆਂ ਕਿ ਜਿਹਨੇ ਦੁਆਰਾ ਜੁਆਇਨ ਕਰਨਾ ਹੈਗਾ ਫੋਰਸ ਇਸ ਵਕਤ ਤੁਹਾਡੇ ਕੋਲ ਮੌਕਾ ਹੈਗਾ ਵੀ ਸਾਡੀ ਆ ਕੇ ਮਦਦ ਕਰੋ। ਸੋ ਇਟਸ ਆਲਮੋਸਟ ਲਾਈਕ ਐਨ ਐਮਰਜੈਂਸੀ ਸਿਚੁਏਸ਼ਨ ਜਿੱਥੇ ਉਹਨਾਂ ਨੇ ਸਾਨੂੰ ਈਮੇਲਸ ਪਾਈਆਂ ਜਿਹੜੀਆਂ ਨਰਸਾਂ ਨਹੀਂ ਫਰੰਟ ਲਾਈਨਸ ਤੇ ਕਰ ਰਹੀਆਂ ਸੀਗੀਆਂ। ਵੀ ਵਰ ਵਰਕਿੰਗ ਇਨ ਅਦਰ ਪੋਜ਼ੀਸ਼ਨਸ ਐਂਡ ਸੋ ਵੀ ਹੈਡ ਦੀ ਓਪਰਚੁਨਿਟੀ ਕਿ ਵੀ ਅਸੀਂ ਜਾ ਕੇ ਮਦਦ ਕਰੀਏ ਫਰੰਟ ਲਾਈਨਸ ਦੇ ਉੱਪਰ ਦੁਆਰਾ। More like team lead, managing ਜੋ departments ਹੈਗੇ ਨੇ ਉਹਨਾਂ ਨੂੰ ਮੇਕ ਸ਼ੋਰ ਕਰਨਾ ਕਿ ਵੀ ਜੋ ਸਟਾਫ ਹੈਗਾ ਸਹੀ ਤਰੀਕੇ ਨਾਲ ਆਪਦੇ ਪ੍ਰੋਟੈਕਸ਼ਨ ਪਾ ਰਿਹਾ ਹੈਗਾ, ਸਹੀ ਤਰੀਕੇ ਨਾਲ ਕੰਮ ਕਰ ਰਿਹਾ, ਜੋ ਇੰਟਰਡਿਸਪਲਿਨਰੀ ਕਮਿਊਨੀਕੇਸ਼ਨ ਹੈਗੀ ਇੱਕ ਦੂਜੇ ਨਾਲ
ਉਹ ਸਹੀ ਤਰੀਕੇ ਨਾਲ ਹੋ ਰਹੀ ਹੈ ਤਾਂ ਕਿ ਇਹ ਬਿਮਾਰੀ ਫੈਲੇ ਨਾ। ਸੋ ਕੰਟਰੋਲ 'ਚ ਰੱਖਣ ਲਈ a lot of nurses stepped forward, even ਜਿਹੜੀਆਂ ਰਿਟਾਇਰ ਹੋਈਆਂ ਨਰਸਾਂ ਉਹ ਵੀ ਅੱਗੇ ਆ ਕੇ ਕੰਮ ਕਰ ਰਹੀਆਂ ਨੇ ਇਸ ਵਕਤ। So it ਇਹਦੇ gave ਨਾਲ us ਖਤਰੇ ਬਹੁਤ opportunity ਜ਼ਿਆਦਾ to ਹੈ ਨਾ ਡਿੰਪਲ, ਖਤਰੇ obviously ਤੁਹਾਨੂੰ ਪਤਾ ਸੀਗਾ ਕਿ to go back to work and especially with someone who's infected with COVID, that there is a lot of things that you could also be exposed to. So ਜਦੋਂ ਤੁਸੀਂ ਇਹ ਡਿਸੀਜਨ ਲਿਆ, ਤੁਸੀਂ ਆਪਣੀ ਫੈਮਿਲੀ ਦੇ ਨਾਲ ਵੀ ਕੰਸਲਟ ਕੀਤਾ ਆ ਕਿ ਮੈਂ ਸੋਚ ਰਹੀ ਵੀ ਮੈਂ ਉੱਥੇ ਜਾ ਕੇ ਫਰੰਟ ਲਾਈਨਸ ਤੇ ਕੰਮ ਕਰਾਂ? Good question. And nahi, both nursa ne apne aap hi decision liya. When I speak to a lot of even myself, even though it's very important ਕਿ ਅਸੀਂ ਆਪਦੀ ਫੈਮਿਲੀ ਨਾਲ ਕੰਸਲਟ ਕਰੀਏ, ਪਰ ਜਦੋਂ ਹਿਊਮੈਨਿਟੀ ਤੌਰ ਤੇ ਆਪਾਂ ਕਿਸੇ ਦੀ ਮਦਦ ਕਰ ਰਹੇ ਹਾਂ, ਜੇ ਤੁਸੀਂ ਇਹ ਕੰਮ ਆਪਦੇ ਪੈਸ਼ਨ ਲਈ ਕਰ ਰਹੇ ਆ ਜਾਂ ਸਹੀ ਰੀਜ਼ਨ ਕਰਕੇ ਤੁਸੀਂ ਨਰਸ ਬਣੇ ਹੈਗੇ ਆ, ਤਾਂ ਮੈਜੋਰਿਟੀ ਆਫ ਦ ਨਰਸਿਸ ਡਿਸਾਈਡ ਔਨ देयर ਓਨ ਕਿ ਅਸੀਂ ਜਾ ਕੇ ਇਹ ਮਦਦ ਕਰਨੀ ਹੈ, ਸਾਡੀ ਡਿਊਟੀ ਬਣਦੀ ਹੈਗੀ ਹੈ, ਫਰਜ਼ ਆ ਸਾਡਾ। ਸੋ ਐਟ ਦੀ ਐਂਡ ਆਫ ਦ ਡੇ ਮੇਰੀ ਫੈਮਿਲੀ ਨੂੰ ਜਦੋਂ ਮੈਂ ਵਾਪਸ ਜਾ ਕੇ ਆਲਰੇਡੀ ਉਹਨਾਂ ਨਾਲ ਗੱਲਬਾਤ ਕੀਤੀ, it was already 2 days of me into COVID, ਐਂਡ ਫਿਰ ਮੈਂ ਉਹਨਾਂ ਨੂੰ ਜਾ ਕੇ ਦੱਸਿਆ ਕਿ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਮੈਂ ਮੀਟਿੰਗਸ ਤੇ ਜਾ ਰਹੀ ਹਾਂ ਜੋ ਮੈਂ ਯੂਜਲੀ ਆਊਟਸਾਈਡ ਆਫ ਵਰਕ ਕਰ ਰਹੀ ਸੀਗੀ। ਤੇ but after 2 days they found out no, she's gone back to orientation, ਤੇ orientation ਕਰਕੇ ਇਹ front lines ਤੇ ਗਈ ਆ। So they were they're ਕਹਿ ਲਓ proud of me, but at the same time ਉਹਨਾਂ ਨੂੰ ਆਪਦੀ ਹਰੇਕ ਨੂੰ ਆਪਦਾ ਡਰ ਪੈ ਜਾਂਦਾ ਕਿ oh no, she's gone back ਤੇ ਉੱਥੇ ਕੋਵਿਡ ਹੈਗਾ ਤੇ ਸਾਨੂੰ ਨਾ ਬਿਮਾਰੀ ਲੱਗ ਜਾਵੇ। ਸੋ ਇਸ ਕਰਕੇ ਸਾਨੂੰ ਔਖਾ ਲੱਗ ਰਿਹਾ ਫੈਮਲੀਜ਼ ਦੇ ਵਿੱਚ। ਕਈ ਵਾਰੀ ਸਾਨੂੰ ਜਦੋਂ ਘਰੇ ਵਾਪਸ ਜਾਣਾ ਸੀਗਾ ਅਸੀਂ ਸੈਲਫ ਆਈਸੋਲੇਟ ਕਰ ਰਹੇ ਸੀਗੇ, ਬਟ ਫਿਰ ਇਵੈਂਚੁਅਲੀ ਸਾਨੂੰ ਯੂਨਿਟਸ ਦਿੱਤੇ ਗਏ ਨੇ ਜੋ ਕਿ ਇਜ਼ ਬਾਈ ਆਰ employer। employer ਨੇ ਪੇ ਕਰਕੇ ਸਾਨੂੰ ਕਹਿ ਦਿੱਤਾ ਸੀਗਾ ਕਿ you are in COVID units, so the chances of your family contracting it is obviously ਜ਼ਿਆਦਾ ਰਿਸਕ ਹੁੰਦਾ ਹੈਗਾ, so ਅਸੀਂ ਤੁਹਾਡੇ ਲਈ ਪ੍ਰੋਵਾਈਡ ਕਰ ਸਕਦੇ ਹੈਗੇ ਆ। So I took that opportunity because ਮੇਰੀ ਫੈਮਿਲੀ ਨੂੰ ਮੈਂ ਰਿਸਕ ਵਿੱਚ ਨਹੀਂ ਸੀ ਪਾਉਣਾ ਚਾਹੁੰਦੀ, so I took the opportunity of living separate and isolating myself that way, ਕਿਉਂਕਿ I do have an elderly mom at home and ਮੇਰੀ ਜੋ daughter ਹੈਗੀ ਆ ਉਹਦਾ immune system compromised ਹੈਗਾ, so I didn't want to put them at more risk. Young ਬੱਚੇ ਵੀ ਸਾਡੇ ਜਿਵੇਂ ਮੇਰਾ ਬੇਟਾ ਜੋ ਹੈਗਾ 10 ਸਾਲ ਦਾ ਹੈਗਾ, so I just didn't want that chance of them contracting it, so I've been living separate. ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸੈਪਰੇਟ ਰਹਿੰਦਿਆਂ ਨੂੰ? 2 ਮਹੀਨੇ ਹੋ ਗਏ ਆ। 2 ਮਹੀਨੇ, ਵਾਓ। and ਹਾਂਜੀ 2 ਮਹੀਨੇ ਹੋ ਗਏ ਆ, because March ਦੇ ਵਿੱਚ ਸ਼ੁਰੂ ਹੋਇਆ ਸੀ, now we're almost at the end of May, so it's actually been just a little bit over 2 months. But and it's continuing ਕਿ ਅਸੀਂ ਸੈਪਰੇਟ ਉਸ ਵਕਤ ਤੱਕ ਰਹਾਂਗੇ ਜਿੰਨਾ ਚਿਰ ਇਹ ਬਿਮਾਰੀ ਹੋਰ ਵੀ ਕੰਟਰੋਲ ਵਿੱਚ ਨਹੀਂ ਆ ਰਹੀ। ਸਾਨੂੰ ਇਹ ਪਤਾ ਲੱਗ ਰਿਹਾ ਕਿ ਯੈਸ, ਜਿਵੇਂ working in the units, ਜਦੋਂ ਪੀਕ ਪੁਆਇੰਟ ਆਇਆ ਸੀ there was a lot of COVID patients, ਹੁਣ ਘੱਟ ਸਾਨੂੰ ਨਜ਼ਰ ਆ ਰਹੇ ਨੇ, ਪਰ that's only because restrictions ਸੀਗੀਆਂ, ਉਸ ਵਕਤ ਆਪਾਂ ਕੰਟਰੋਲ 'ਚ ਕਰ ਲਿਆ, ਕੰਟੇਨ ਕਰਨ ਲੱਗੇ ਹੋਏ ਹੈਗੇ ਆ। ਸੋ ਜੋ ਹੈਲਥ ਅਥਾਰਟੀਜ਼ ਹੈਗੀਆਂ ਫਿਰ ਉਹਨਾਂ ਨੇ ਡਿਸਾਈਡ ਕੀਤਾ ਸੀ ਕਿ ਕੋਵਿਡ ਜੋ ਯੂਨਿਟ ਹੈਗੇ ਨੇ ਇਹਨਾਂ ਨੂੰ ਸੈਪਰੇਟ ਰੱਖਣਾ ਹੈਗਾ ਦੂਸਰੇ ਯੂਨਿਟਸ ਨਾਲੋਂ। ਸੋ there's been a lot of ਕਹਿ ਲਓ even ਸਾਡੇ ਵਰਕ ਡਿਪਾਰਟਮੈਂਟਸ ਦੇ ਵਿੱਚ ਵੀ ਸਾਨੂੰ ਅਲੱਗ ਕੀਤਾ ਗਿਆ ਹੈਗਾ ਦੂਸਰਿਆਂ ਨਾਲੋਂ। ਸੋ it makes a huge difference, ਕਹਿ ਲਓ ਸਾਡੀ ਮੈਂਟਲ ਹੈਲਥ ਤੇ ਵੀ, ਜਾਂ ਫੈਮਿਲੀ ਤੋਂ ਦੂਰ ਰਹਿਣਾ ਬਹੁਤ ਮੁਸ਼ਕਿਲ ਹੈਗਾ। I think this weekend was the first weekend that I actually went, and ਸਾਨੂੰ ਇਹ ਕਿਹਾ ਗਿਆ ਵੀ ਜਦ ਤੁਸੀਂ ਘਰੇ ਵਾਪਸ ਜਾਣਾ ਆਪਣੀ ਫੈਮਿਲੀ ਨੂੰ ਮਿਲਣਾ ਤਾਂ you obviously have to keep that same social distance and good hand washing, and best to meet outdoors like parks ਦੇ ਵਿੱਚ ਜਾਂ ਹੋਰ ਕਿਤੇ, ਤਾਂ ਕਿ we're not in contained housing environments, so that ਕਿਉਂਕਿ ਜਦੋਂ ਅਸੀਂ COVID patients ਨਾਲ ਕੰਮ ਕਰ ਰਹੇ ਹਾਂ the risk of us being exposed is much greater, ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ। So ਸਾਡੀ ਲਾਈਫ ਸਟਾਈਲ ਤੇ ਬਹੁਤ ਫਰਕ ਪੈ ਰਿਹਾ, ਜਿਵੇਂ ਕਹਿ ਲਓ ਬੱਚੇ ਵੀ ਮਿਸ ਕਰ ਰਹੇ ਨੇ, ਸਾਨੂੰ ਜ਼ੂਮ ਮੀਟਿੰਗਸ ਆਪਣੇ ਬੱਚਿਆਂ ਨਾਲ ਕਰਨੀਆਂ ਪੈਂਦੀਆਂ, ਜਾਂ we make phone calls, or we have to be creative ਕਿ ਅਸੀਂ ਆਪਣੀ ਫੈਮਿਲੀ ਯੂਨਿਟ ਕਿਸ ਤਰ੍ਹਾਂ ਠੀਕ ਰੱਖਣੀ ਹੈਗੀ ਆ।
ਜੇ ਆਪਾਂ ਥੋੜ੍ਹੇ ਜਿਹੇ ਪੇਸ਼ੈਂਟਸ ਦੀ ਗੱਲ ਕਰੀਏ, ਖਾਸ ਕਰਕੇ ਜਿਹੜੇ ਕੋਵਿਡ ਦੇ ਨਾਲ ਅਫੈਕਟਡ ਆ, ਜਦੋਂ ਤੁਸੀਂ ਉਹਨਾਂ ਦੀ ਦੇਖਭਾਲ ਕਰਦੇ ਆ, ਉਹਨਾਂ ਦੇ ਕੀ ਹਾਲਾਤ ਹੁੰਦੇ ਆ, ਕੀ ਉਹਨਾਂ ਦੀ ਕੰਫਰਟ ਸਟੇਟ ਹੁੰਦੀ ਆ? ਓਬਵੀਅਸਲੀ ਦੇਰ ਇਨ ਦ ਹਸਪੀਟਲ ਬਿਕਾਜ਼ ਉਹ ਜਿਹੜੇ ਆਈਸੋਲੇਸ਼ਨ ਦੇ ਵਿੱਚ ਜਾਂ ਘਰ ਕੁਆਰੰਟੀਨ ਦੇ ਵਿੱਚ ਰਹਿ ਕੇ ਉਹਨਾਂ ਦੇ ਹਾਲਾਤ ਨਹੀਂ ਠੀਕ ਹੋ ਰਹੇ, ਕੀ ਉਹਨਾਂ ਦੀ ਹਾਲਾਤ ਆ ਬਰੀਥਿੰਗ ਲੈ ਕੇ, ਆਈ ਗੈਸ ਸੋਰਟ ਆਫ ਦੇਅਰ ਮੈਂਟਲ ਸਟੇਟ, ਫਿਜ਼ੀਕਲੀ ਕਿਹੋ ਜਿਹੇ ਹਾਲਾਤ ਹੁੰਦੇ ਆ ਪੇਸ਼ੈਂਟਸ ਦੇ? Patients depend ਕਰਦਾ, everybody is different. ਕਿਸੇ ਦੇ symptom mild ਹੈਗੇ ਨੇ, ਕਿਸੇ ਨੂੰ ਬਿਲਕੁਲ symptoms ਨਹੀਂ ਹੈਗੇ ਪਰ ਟੈਸਟ ਕੀਤਾ ਗਿਆ for another reason and found out ਕਿ ਅਸੀਂ positive ਹੈਗੇ ਆ. So we have various forms coming in. ਕੁਛ ਤਾਂ ਹੈਗੇ ਨੇ ਜਦੋਂ ਉਹ hospital ਆ ਰਹੇ ਨੇ ਉਹਨਾਂ ਦੇ actual ਵਿੱਚ symptoms ਜ਼ਿਆਦਾ severe ਹੁੰਦੇ ਨੇ. Along the way after ICU their symptoms are a little bit better ਜਦੋਂ ਉੱਥੋਂ ਨਿਕਲ ਕੇ ਆਉਂਦੇ ਨੇ, but it doesn't mean ਕਿ their symptoms are clear. ਅਸੀਂ testing almost every 72 hours ਫਿਰ ਕਰਦੇ ਹਾਂ ਉਸੇ same patient ਦੇ ਉੱਪਰ to make sure ਕਿ okay clear ਹੋਇਆ ਕਿ ਨਹੀਂ ਹੋਇਆ. And we're really surprised to find ਕਿ a lot of the ਜੋ ਹੈਗੇ ਨੇ patients ਉਹਨਾਂ ਦੇ symptoms clear ਹੋਈ ਜਾਂਦੇ ਨੇ ਪਰ still ਉਹ positive ਹੈਗੇ ਨੇ ਕਿਉਂਕਿ ਉਹ viral shedding ਜੋ ਹੈਗੀ ਆ ਉਹ ਪੂਰੀ ਤਰ੍ਹਾਂ ਹਜੇ ਗਈ ਨਹੀਂ ਹੁੰਦੀ. ਸੋ ਲੈਸ ਹੋਣ ਨਾਲ ਉਹਨਾਂ ਦੇ ਸਿੰਪਟਮਸ ਜੋ ਹੈਗੇ ਨੇ ਤੁਹਾਨੂੰ ਇੰਪਰੂਵਮੈਂਟਸ ਦਿਸਣਗੇ, ਬਟ ਐਟ ਦ ਸੇਮ ਟਾਈਮ ਦੂਸਰੇ ਲੋਕ ਉਹਨਾਂ ਦੀ ਬਿਮਾਰੀ ਵੱਧ ਵੀ ਸਕਦੀ ਹੈਗੀ ਆ. ਹੁਣ ਅਸੀਂ ਖੁਦ ਦੇਖਿਆ ਹੈਗਾ ਜੋ ਅਸੀਂ ਪੇਸ਼ੈਂਟਸ ਦੇ ਨਾਲ ਕੰਮ ਕਰਦੇ ਹਾਂ ਕਿ 1 minute they're fine, next minute they're not. ਲਾਈਕ ਇੱਕ ਪੇਸ਼ੈਂਟ ਸੀਗਾ ਜੋ ਕਿ ਮੈਂ ਖੁਦ ਰਿਪੋਰਟ ਆਫ ਕਰ ਰਹੀ ਸੀ ਦੂਸਰੀ ਨਰਸ ਨੂੰ, ਐਂਡ ਜਦੋਂ ਮੈਂ ਯੂਨਿਟ ਤੋਂ ਬਾਹਰ ਨਿਕਲਣ ਲੱਗੀ ਹਜੇ 2 ਮਿੰਟ ਹੀ ਹੋਏ ਸੀਗੇ, ਬਿਲਕੁਲ ਸਹੀ ਸੀ ਉਹ ਪੇਸ਼ੈਂਟ. 2 ਮਿੰਟ ਬਾਅਦ his condition had worsened so bad ਕਿ we had to restart the oxygen, restart everything, all the treatment on him. ਅੱਛਾ, 2 ਮਿੰਟਾਂ ਦੇ ਵਿੱਚ ਉਹਦੀ ਹੈਲਥ ਥੱਲੇ ਆ ਗਈ? ਹਾਂਜੀ, ਕਿਉਂਕਿ ਲਾਈਕ their underlying health conditions ਵੀ ਉਹਦੇ ਨਾਲ ਵੀ ਫਰਕ ਪੈਂਦਾ ਹੈਗਾ. if you have underlying health conditions obviously ਤੁਹਾਡੀ ਇਮਿਊਨ ਸਿਸਟਮ ਆਲਰੇਡੀ ਵੀਕ ਹੁੰਦੀ ਹੈ ਤਾਂ ਉਹਦੇ ਨਾਲ ਤੁਹਾਡੀ ਜੋ ਚਾਂਸਸ ਆਫ ਹੀਲਿੰਗ ਔਰ ਚਾਂਸਸ ਆਫ ਕਹਿ ਲਓ ਇਮਿਊਨ ਸਿਸਟਮ ਦੇ ਨਾਲ ਤੁਹਾਨੂੰ ਸਟਰੈਂਥ ਮਿਲਦੀ ਹੈਗੀ ਆ. ਤੇ ਤੁਹਾਡੀ ਕਿਉਂਕਿ ਕੋਵਿਡ ਇਸ ਤਰ੍ਹਾਂ ਦੀ ਬਿਮਾਰੀ ਆ ਕਿ ਵੈਕਸੀਨ ਆਪਾਂ ਨੂੰ ਸਭ ਨੂੰ ਪਤਾ ਹਜੇ ਬਣੀ ਨਹੀਂ ਕੋਈ ਵੀ ਇਹਦੇ ਲਈ, ਕੋਈ ਬਿਮਾਰੀ ਦੀ ਇਹਦੀ ਟ੍ਰੀਟਮੈਂਟ ਹੈ ਨਹੀਂ ਗੀ. ਤੇ ਜਿਹੜੀ ਤੁਹਾਡੀ ਆਪਦੀ ਇਮਿਊਨ ਸਿਸਟਮ ਆ ਇਹੀ ਫਾਈਟ ਆਫ ਕਰਨ ਜੋਗੀ ਹੋਣੀ ਚਾਹੀਦੀ ਆ. ਐਂਡ ਜੇ ਤੁਹਾਡਾ ਆਪਦਾ ਇਮਿਊਨ ਸਿਸਟਮ ਠੀਕ ਨਹੀਂ ਜਾਂ ਜੋ ਈਵਨ ਠੀਕ ਵੀ ਹੋਵੇ ਤੇ ਪਰ ਉਸ ਵਕਤ ਤੁਹਾਡਾ ਇਮਿਊਨ ਸਿਸਟਮ ਇਸ ਬਿਮਾਰੀ ਨਾਲ ਨਹੀਂ ਫਾਈਟ ਕਰ ਸਕਦਾ ਹੈਗਾ, ਫਿਰ ਉਸ ਟਾਈਮ 'ਚ ਤੁਹਾਡੀ ਬਿਮਾਰੀ ਇਹ ਵੱਧ ਸਕਦੀ ਹੈਗੀ ਐਂਡ ਯੂ ਕੈਨ ਐਕਚੁਅਲੀ ਡਾਈ ਫਰਮ ਇਟ. ਐਂਡ ਦੈਟਸ ਆਪਾਂ ਇਹੀ ਦੇਖ ਰਹੇ ਹੈਗੇ ਆ ਕਿ ਜੋ ਮਰ ਰਹੇ ਹੈਗੇ ਨੇ ਉਹਨਾਂ ਦੇ ਇਮਿਊਨ ਸਿਸਟਮਸ ਇਸ ਬਿਮਾਰੀ ਨੂੰ ਫਾਈਟ ਆਫ ਨਹੀਂ ਕਰ ਸਕਦੇ ਹੈਗੇ, ਐਂਡ ਦੈਟ ਇਜ਼ ਦ ਪ੍ਰੋਬਲਮ. ਐਂਡ ਤਾਂ ਹੀ ਇਹ ਬਿਮਾਰੀ ਬਹੁਤ ਜ਼ਿਆਦਾ ਆਪਾਂ ਨੂੰ ਕਹਿ ਲਓ ਖਤਰਨਾਕ ਹੈਗੀ ਆ. ਤਾਂ ਹੀ ਇਸ ਦੇ ਜੋ ਪ੍ਰੀਕਾਸ਼ਨਸ ਹੈਗੇ ਨੇ ਬਹੁਤ ਜ਼ਿਆਦਾ ਗਵਰਨਮੈਂਟ ਐਂਡ ਹੈਲਥ ਅਫੀਸ਼ੀਅਲਸ, ਮੈਡੀਕਲ ਹੈਲਥ ਆਫਿਸਰ ਤਾਂ ਹੀ ਇਹ ਜ਼ੋਰ ਪਾ ਰਹੇ ਨੇ ਕਿ ਜੋ ਸੋਸ਼ਲ ਡਿਸਟੈਂਸਿੰਗ ਆ, ਜੋ ਆਪਾਂ ਹੱਥ ਧੋਣੇ ਹੈਗੇ ਆ, ਮਾਸਕ ਪਾਉਣੇ ਹੈਗੇ ਆ, ਬਹੁਤ ਹੀ ਜ਼ਰੂਰੀ ਆ. ਕਿਉਂਕਿ ਇਸ ਬਿਮਾਰੀ ਦੇ ਵਿੱਚ ਕੋਈ ਟ੍ਰੀਟਮੈਂਟ ਨਾ ਹੋਣ ਕਰਕੇ ਆਪਾਂ ਪਹਿਲਾਂ ਸੋਚ ਰਹੇ ਸੀ ਕਿ ਜਦੋਂ ਇਹ ਬਿਮਾਰੀ ਨਿਕਲੀ ਹੈ ਕਿਉਂਕਿ ਬਹੁਤ ਜ਼ਿਆਦਾ ਨਵੀਂ ਬਿਮਾਰੀ ਹੈਗੀ ਆ ਤੇ ਨਾਲ ਦੀ ਨਾਲ ਅਸੀਂ ਸਿੱਖ ਰਹੇ ਹਾਂ, ਰਿਸਰਚ ਕਰ ਰਹੇ ਹਾਂ, ਨਾਲ ਦੀ ਨਾਲ ਸਿੱਖ ਰਹੇ ਹਾਂ ਵੀ ਇਹ how to treat it, how to better overcome it. ਤਾਂ ਉਹਦੇ ਕਰਕੇ ਜੋ ਅਸੀਂ ਨੋਟਿਸ ਕਰ ਰਹੇ ਹਾਂ ਕਿ ਪਹਿਲਾਂ ਸਭ ਨੂੰ ਇਹ ਲੱਗਦਾ ਸੀ ਕਿ ਜੋ ਐਲਡਰਲੀ ਹੈਗੇ ਆ, ਸੀਨੀਅਰਸ ਹੈਗੇ ਆ, ਉਹ ਜ਼ਿਆਦਾ ਇਫੈਕਟਡ ਨੇ, ਪਰ along the way ਫਿਰ ਸਾਨੂੰ ਪਤਾ ਲੱਗਿਆ ਕਿ ਬੱਚਿਆਂ ਨੂੰ ਵੀ ਹੋ ਰਹੀ ਆ. ਇਹ ਹੈਲਥੀ ਇੰਡੀਵਿਜੂਅਲਸ ਜਿਵੇਂ ਹੁਣ ਸਾਡੀ ਵੈਨਕੂਵਰ ਕੋਸਟਲ ਹੈਲਥ ਇੱਕ ਨਰਸ, ਪਬਲਿਕ ਹੈਲਥ ਨਰਸ, ਉਹ ਬਿਮਾਰ ਹੋ ਕੇ ICU ਦੇ ਵਿੱਚ ਆ ਚੁੱਕੀ ਸੀ, but she was very healthy, fit nurse. ਉਹਨੂੰ ਲੱਗਿਆ ਸੀ ਕਿ ਮੈਨੂੰ ਕੁਛ ਨਹੀਂ ਹੋਣ ਲੱਗਿਆ. ਉਹ 2 ਦਿਨ ਬਿਮਾਰ ਰਹੀ ਸੀਗੀ ਪਰ ਪਹਿਲਾਂ ਉਹਦੇ ਹਸਬੈਂਡ ਨੂੰ ਹੋ ਚੁੱਕੀ ਸੀ ਬਿਮਾਰੀ. ਸੋ ਉਹਨੇ ਸੋਚਿਆ ਕਿ ਮੈਂ ਆਪਣੇ ਹਸਬੈਂਡ ਦੀ ਕੇਅਰ ਕਰਾਂ ਤੇ ਮੇਰਾ ਹਸਬੈਂਡ ਨਾ ਬਹੁਤ ਜ਼ਿਆਦਾ ਬਿਮਾਰ ਹੋ ਜਾਵੇ, ਪਰ ਹੋਇਆ ਉਲਟ ਕਿ ਉਹ ਆਪ ਜ਼ਿਆਦਾ ਬਿਮਾਰ ਹੋ ਗਈ ਆਪਣੇ ਹਸਬੈਂਡ ਦੀ ਕੇਅਰ ਕਰਦੀ ਕਰਦੀ. ਐਂਡ ਸੋ ਸ਼ੀ ਐਂਡਡ ਅਪ ਇਨ ICU. ਐਂਡ ਹਫ਼ਤੇ ਬਾਅਦ ਉਹ ਜਾਗੀ ਆ ICU ਦੇ ਵਿੱਚ, ਐਂਡ ਫਿਰ ਉਹਨੂੰ ਪਤਾ ਲੱਗਿਆ ਸੋ ਫਿਰ ਉਹਨੂੰ ਪਤਾ ਲੱਗਿਆ ਕਿ oh my God, I was ventilated ਤੇ ਮੈਂ ਮਰ ਸਕਦੀ ਸੀਗੀ. and very healthy fit nurse, ਜਿਵੇਂ ਉਹਨੂੰ underlying ਕੋਈ health conditions ਨਹੀਂ ਜਾਂ ਹੋਰ ਕੋਈ problem ਨਹੀਂ ਹੈਗੀ. so ਇੱਥੋਂ ਪਤਾ ਲੱਗਦਾ ਵੀ it can affect anybody and ਇਹਨੂੰ
ਤੁਸੀਂ ਇਦਾਂ ਨਾ ਸੋਚੋ ਕਿ ਜਸਟ ਬਿਕਾਜ਼ ਹੁਣ restrictions ਖੁੱਲ ਰਹੇ ਨੇ ਤਾਂ everything's back to normal। ਹੁਣ ਆਪਾਂ ਪਰਸੋਂ ਦੇਖ ਰਹੇ ਸੀ ਕੋਈ ਕੇਸ ਨਹੀਂ ਸੀ, ਆਪਾਂ ਸਾਰੇ ਖੁਸ਼ ਹੋ ਕੇ ਕਿ zero cases, no new outbreaks। ਤੇ ਇਹ ਚੀਜ਼ਾਂ ਸੁਣ ਕੇ ਫਿਰ ਕਈ ਵਾਰੀ ਲੋਕ ਏਦਾਂ ਸੋਚਣ ਲੱਗ ਜਾਂਦੇ ਆ ਵੀ ਓਕੇ ਬਿਮਾਰੀ ਟੋਟਲੀ ਗਾਨ ਆ ਜਾਂ ਅੰਡਰ ਕੰਟਰੋਲ ਆ। ਪਰ ਹੁਣ ਕੱਲ ਜੇ ਦੇਖੀਏ 9 ਨਿਊ ਕੇਸਿਸ, ਇੱਕ ਰਾਈਟ ਹੋਰ ਡੈਥ ਹੋਈ ਆ। ਜੀ ਸੋ ਇਸ ਬਿਮਾਰੀ ਦਾ ਇਹ ਹੈਗਾ ਕਿ ਏਸਿਮਟਮੈਟਿਕ ਵੀ ਲੋਕ ਫੈਲ ਰਹੇ ਹੈਗੇ ਨੇ, ਮਤਲਬ ਕਿ ਉਹਨਾਂ ਨੂੰ ਸਿੰਪਟਮਸ ਕੋਈ ਨਾ ਹੋਣ ਤੇ ਉਹ ਕਮਿਊਨਿਟੀ ਦੇ ਵਿੱਚ ਹੋਣ, ਲੇਕਿਨ ਪੋਜ਼ਿਟਿਵ ਹੋਣ ਤੇ ਉਹਨਾਂ ਨੂੰ ਖੁਦ ਨਾ ਪਤਾ ਹੋਵੇ। ਸੋ ਤੇ ਇਹਦਾ ਤੁਹਾਨੂੰ ਮਤਲਬ ਵੀ ਵੀ ਇਹ ਅਸੀਂ ਬਿਮਾਰੀ ਕਿਸੇ ਕੋਲ ਵੀ ਬੈਠੇ ਹੋ ਸਕਦੇ, ਖੜੇ ਹੋ ਸਕਦੇ, ਜਿਹਨਾਂ ਕੋਈ ਸਿੰਪਟਮਸ ਨਹੀਂ, ਬਟ ਦੇਰ ਸਟਿਲ ਅ ਕੈਰੀਅਰ ਆਫ ਕੋਵਿਡ। Right. So basically they could be asymptomatic at the time and ਉਹਨਾਂ ਨੂੰ symptoms ਨਹੀਂ ਹੋਣਗੇ, ਉਹਨਾਂ ਨੂੰ ਖੁਦ ਨੂੰ ਨਾ ਪਤਾ ਹੋਵੇ ਕਿ ਮੈਂ carrier ਇਸ ਵਕਤ, ਤੇ ਉਹ ਤੁਹਾਨੂੰ ਦੇ ਸਕਦੇ ਹੈਗੇ ਨੇ। So a lot of the COVID cases ਇਸ ਲੋਟ ਹੀ ਹੋਏ ਨੇ ਕਿ ਜਦੋਂ ਕਿਸੇ ਨੂੰ ਪਤਾ ਨਾ ਹੋਵੇ ਕਿ ਕੋਈ ਬਿਮਾਰ ਹੈਗਾ ਤੇ ਇੱਕ ਦੂਜੇ ਨੂੰ ਫੈਲ ਰਹੀ ਹੈ ਇਹ ਬਿਮਾਰੀ। So that is a huge problem going forward even ਆਪਾਂ ਨੂੰ ਬਚ ਕੇ ਰਹਿਣਾ ਪੈਣਾ ਕਿਉਂਕਿ just because ਆਪਾਂ ਟੀਵੀ ਤੇ ਜਾਂ ਕਿਤੇ ਹੋਰ ਦੇਖ ਰਹੇ ਹੈਗੇ ਆ ਕਿ ਜਿਹੜੇ ਕੋਵਿਡ ਕੇਸਿਸ ਨੇ ਜਿਨ੍ਹਾਂ ਦੀ ਡੈਥ ਹੋਈ ਆ ਬਹੁਤ ਸਵੀਅਰ ਹੋ ਕੇ ਸਿੰਪਟਮਸ ਉਹਨਾਂ ਦੀ ਡੈਥ ਹੋਈ ਆ, ਇਹ ਐਕਚੁਅਲ ਵਿੱਚ not in all cases। ਕਈ ਕੇਸ ਇਦਾਂ ਦੇ ਵੀ ਆ ਕਿ starts off mild, asymptomatic ਵੀ ਹੋ ਸਕਦੇ ਨੇ, starts off mild symptoms and then ਉੱਥੋਂ ਬਿਮਾਰੀ ਇਹ ਜ਼ਿਆਦਾ ਫੈਲ ਕੇ ਜਾਂ ਵੱਧ ਕੇ ਤੁਹਾਡਾ ਇਮਿਊਨ ਸਿਸਟਮ ਨਾ ਕੰਮ ਕਰੇ ਤਾਂ ਫਿਰ ਤੁਸੀਂ you're putting yourself at risk and you're putting others at risk। ਡਿੰਪਲ, ਆਪਾਂ ਜੇ ਥੋੜ੍ਹੀ ਜਿਹੀ ਗੱਲ ਕਰੀਏ ਜਿਹੜੇ ਲੌਂਗ ਟਰਮ ਕੇਅਰ ਫੈਸਿਲਿਟੀਜ਼ ਆ ਜਿੱਥੇ ਸਾਡੇ ਸਿਆਣੇ ਬਜ਼ੁਰਗ ਨੇ, ਆਪਾਂ ਕਾਫੀ ਜਿਹੜੇ ਉੱਥੇ ਆਊਟਬ੍ਰੇਕਸ ਵੇਖਦੇ ਆ, ਵੈਰੀ ਅਲਾਰਮਿੰਗਲੀ ਜਿਹੜੇ ਉੱਥੇ ਆਊਟਬ੍ਰੇਕਸ ਆ, ਨਾ ਕਿ ਸਿਰਫ ਜਿਹੜੇ ਉੱਥੇ ਰੈਜ਼ੀਡੈਂਟਸ ਰਹਿੰਦੇ ਆ ਪਰ ਜਿਹੜੀ ਉੱਥੇ ਸਟਾਫ ਆ ਉਹਨਾਂ ਨੂੰ ਵੀ ਹੁੰਦਾ ਆ, ਅਤੇ ਜਿਹੜੇ ਡੈਥਸ ਆ ਖਾਸ ਕਰਕੇ ਫਰੇਜ਼ਰ ਹੈਲਥ ਰੀਜਨ 'ਚ ਆਪਾਂ ਦੇਖਦੇ ਹਾਂ ਉੱਥੇ ਵੀ ਕਾਫੀ ਆ। ਸੋ ਇਹਦਾ ਕਾਰਨ ਕੀ ਆ? So number one, ਕਈ ਗੱਲਾਂ 'ਚ ਇਹ ਆਪਾਂ ਜੇ ਫੈਕਟਰਸ ਕਈ ਗੱਲ ਹੁੰਦੇ ਨੇ, ਇੱਕ ਤਾਂ ਹੁੰਦਾ ਫੰਡਿੰਗ ਕਿੰਨੀ ਕੁ ਹੈਗੀ ਆ to improve healthcare in that region, ਹਨਾ। ਦੂਸਰੀ ਗੱਲ ਇਹ ਹੋ ਜਾਂਦੀ ਆ ਕਿ is the facility privatized or not। ਜਿਹੜੀਆਂ for profit private facilities ਹੈਗੀਆਂ ਨੇ ਉੱਥੇ ਚਾਂਸਸ ਜ਼ਿਆਦਾ ਇਦਾਂ ਦੇ ਹੁੰਦੇ ਨੇ ਕਿਉਂਕਿ ਸਟਾਫਿੰਗ ਲੈਵਲਸ ਲੋ ਹੁੰਦੇ, ਉਹਨਾਂ ਨੇ ਆਪਦਾ ਪ੍ਰੋਫਿਟ ਕੱਢਣਾ ਹੁੰਦਾ, staff ਤੇ ਬਹੁਤ stress ਪਿਆ ਹੁੰਦਾ, and at the same time it also depends on are there health officers going in, ਜਿਵੇਂ licensing ਜੇ ਕੋਈ facility license ਦੇ ਥੱਲੇ ਹੋਵੇ ਫਿਰ regular checkups ਹੁੰਦੀਆਂ ਨੇ ਉੱਥੇ। So it depends on ਕਿ ਆਹ ਜੋ governing system ਹੈਗਾ ਉਸ facility ਦਾ ਕਿਸ ਲੋਟ ਹੈਗਾ। So ਜੇ ਆਪਾਂ ਹੁਣ Fraser Health ਵੱਲ ਦੇਖੀਏ, there's mixture, there is facilities ਜੋ ਕਿ private ਹੈਗੀਆਂ ਨੇ, there are facilities that are Fraser Health Authority ਦੀਆਂ ਹੈਗੀਆਂ ਨੇ ਖੁਦ, and so ਜਿਹੜੀਆਂ private ਹੈਗੀਆਂ ਉਹ ਕਿਸ ਲੋਟ ਚੈੱਕ ਹੁੰਦੀਆਂ, ਕਿਸ ਲੋਟ ਦਾ ਸਟਾਫਿੰਗ ਆ, ਮੈਨੇਜਮੈਂਟ ਉੱਤੇ ਕਿਸ ਲੋਟ ਆਪਦੀ ਕਹਿ ਲਓ ਵੀ ਗਵਰਨੈਂਸ ਕਰ ਰਿਹਾ ਹੈਗਾ ਉਸ ਫੈਸਿਲਿਟੀ ਦੇ ਵਿੱਚ, ਇਹ ਸਭ ਚੀਜ਼ਾਂ ਦਾ ਫੈਕਟਰ ਇਫੈਕਟ ਹੁੰਦਾ ਹੈਗਾ ਜੋ ਸੀਨੀਅਰਸ ਹੈਗੇ ਨੇ ਉਹਨਾਂ ਦੀ ਕੇਅਰ ਕਿਸ ਲੋਟ ਹੋ ਰਹੀ ਆ। ਸੋ ਇਟਸ ਰੀਅਲੀ ਇੰਪੋਰਟੈਂਟ ਕਿ I believe personally, ਕਿਉਂਕਿ ਮੈਂ ਆਪ ਖੁਦ ਵੀ ਫੈਸਿਲਿਟੀਆਂ 'ਚ ਕੰਮ ਕੀਤਾ ਹੈਗਾ and I have seen it over my nursing career, ਕਿ ਜਦੋਂ ਕੋਈ ਪ੍ਰਾਈਵੇਟ ਫੈਸਿਲਿਟੀ ਹੁੰਦੀ ਆ it's very important ਕਿ ਉਹਦੀ ਗਵਰਨੈਂਸ ਜ਼ਿਆਦਾ ਹੋਵੇ, staffing levels ਠੀਕ ਹੋਣ ਤਾਂ ਕਿ they're not working short staffed, ਕਿਉਂਕਿ ਉੱਥੇ abuse ਵੀ ਫਿਰ ਜ਼ਿਆਦਾ ਆਪਾਂ notice ਕਰਾਂਗੇ। ਉੱਥੇ you'll notice a lot more problems, neglect, abuse, ਇਹੋ ਜਿਹੀਆਂ ਚੀਜ਼ਾਂ ਉੱਥੇ ਆਪਾਂ ਜ਼ਿਆਦਾ ਨੋਟਿਸ ਕਰਾਂਗੇ ਜਦੋਂ ਕਿ ਕੋਈ ਫੈਸਿਲਿਟੀ ਦੀ ਗਵਰਨੈਂਸ ਨਹੀਂ ਠੀਕ ਤਰ੍ਹਾਂ ਹੋ ਰਹੀ, ਲਾਇਸੈਂਸਿੰਗ ਨਹੀਂ ਠੀਕ ਤਰ੍ਹਾਂ ਹੋ ਰਿਹਾ ਹੈਗਾ। So I really believe ਕਿ Fraser Health ਇਸ ਵਕਤ ਜੋ ਕੋਵਿਡ ਕੇਸਿਸ ਹੈਗੇ ਨੇ Fraser Health ਦੇ ਵਿੱਚ ਵੱਧ ਨੇ, Vancouver coastal ਚ ਕੰਟਰੋਲ ਚ ਆ ਚੁੱਕੇ ਨੇ, there's less cases in Vancouver, but it's also because again Fraser Health region ਦੇ ਵਿੱਚ ਆਪਾਂ ਜੇ ਦੇਖੀਏ Fraser Health is a big region, so ਲੋਕ ਜੋ ਹੈਗੇ ਨੇ Fraser Health ਦੇ ਵਿੱਚ ਥੋੜੀ ਜ਼ਿਆਦਾ ਅਵੇਅਰਨੈਸ, ਐਜੂਕੇਸ਼ਨ ਚਾਹੀਦੀ ਹੈ, ਇੱਧਰ ਨੂੰ ਥੋੜੀ ਜ਼ਿਆਦਾ ਲੋਕਾਂ ਨੂੰ ਜਾਣਕਾਰੀ ਚਾਹੀਦੀ ਆ ਕਿ ਕਿਸ ਲੋਟ ਆਪਾਂ ਕੰਟਰੋਲ 'ਚ ਰੱਖ ਸਕਦੇ ਹਾਂ, ਕਿਸ ਲੋਟ ਆਪਾਂ ਇਹ ਗੱਲਾਂ ਫਾਲੋ ਕਿਸ ਲੋਟ ਕਰਨੀਆਂ ਹੈਗੀਆਂ। I think education and awareness is a huge factor, ਜਿਹੜੀ ਕਿ ਆਪਾਂ ਨੂੰ Fraser Health region ਜ਼ਿਆਦਾ Vancouver coastal ਨਾਲੋਂ ਕਰਨੀ ਚਾਹੀਦੀ ਆ।
Vancouver Coastal were started off with higher numbers than Fraser Health. But now we're seeing ਕਿ Fraser Health ਦੇ ਵਿੱਚ ਵੱਧ ਗਿਆ ਕਿਉਂਕਿ Fraser Health ਦੇ ਵਿੱਚ ਇਹ ਹੋਇਆ ਸੀਗਾ ਜੋ ਮੈਂ ਨੋਟਿਸ ਕੀਤਾ ਕਿ Fraser Health region ਦੇ ਵਿੱਚ ਲੋਕਾਂ ਨੇ ਇਹ ਸੋਚ ਲਿਆ ਕਿ ਜ਼ਿਆਦਾ ਵੈਨਕੂਵਰ 'ਚ ਆ ਬਿਮਾਰੀ ਅਸੀਂ ਸੇਫ ਹਾਂ ਪਰ ਜਦੋਂ ਆਪਾਂ ਕੋਈ ਵੀ ਚੀਜ਼ ਆਪਾਂ ਇਦਾਂ ਸੋਚਦੇ ਹਾਂ ਕਿ we are safe and not taking the proper measures or precautionary measures ਫਿਰ ਉਸ ਟਾਈਮ 'ਚ ਆਪਾਂ ਉਸ ਬਿਮਾਰੀ ਨੂੰ ਜਿਵੇਂ ਜ਼ਿਆਦਾ ਆਪਾਂ ਕਹਿ ਲਓ ਵੀ ਨੋਟਿਸ ਕਰਾਂਗੇ so that's what's happening on the Fraser Health side now we're noticing more cases on Fraser Health side ਕਿਉਂਕਿ ਵੈਨਕੂਵਰ ਦੇ ਵਿੱਚ ਸਾਰੇ ਡਰ ਚੁੱਕੇ ਸੀ ਵੀ ਇੱਧਰ ਕੇਸ ਹੈਗੇ ਨੇ ਤਾਂ ਅਸੀਂ ਆਪਦੇ ਪ੍ਰੀਕਾਸ਼ਨ ਫੋਲੋ ਕਰਨੇ ਆ Fraser Health ਵਿੱਚ ਆਪਾਂ ਡਿਲੇ ਕਰ ਦਿੱਤਾ ਸੀਗਾ to follow those same precautions ਰਾਈਟ ਜੇ ਆਪਾਂ ਸਰੀ ਦੀ ਗੱਲ ਕਰੀਏ ਦਪਿੰਦਰ ਆਪਾਂ ਵੇਖਦੇ ਹਾਂ ਕਿ ਜਦੋਂ ਦੀ ਇਹ ਜਿਹੜੀ ਰਿਸਟ੍ਰਿਕਸ਼ਨਸ ਆ ਇਹ ਲਿਫਟ ਹੋ ਗਈਆਂ ਥੋੜ੍ਹੀ ਜਿਹੀ ਜਿਹੜੀ ਲਾਈਫ ਹੈ ਨੋਰਮਲਾਈਜੇਸ਼ਨ ਹੋਣ ਲੱਗ ਪਈ ਆ ਆਪਾਂ ਸੋਸ਼ਲ ਮੀਡੀਆ 'ਤੇ ਦੇਖਿਆ ਫਰੈਂਡਸ ਇਕੱਠੇ ਹੋ ਰਹੇ ਆ ਇੱਕ ਦੂਜੇ ਦੇ ਕੋਲ ਬੈਠੇ ਆ ਸੋਸ਼ਲ ਡਿਸਟੈਂਸਿੰਗ ਬਹੁਤ ਘੱਟ ਆ ਉਹ ਜਿਹੜੇ ਕਹਿੰਦੇ 2 ਤੋਂ 6 ਲੈ ਕੇ ਆਪਣਾ ਜਿਹੜਾ ਤੁਸੀਂ ਬਬਲ ਐਕਸਪੈਂਡ ਕਰਦੇ ਮੈਨੂੰ ਲੱਗਦਾ ਆਲਮੋਸਟ 12 6 ਛੱਡ ਕੇ 12 18 ਜਿਹੜੇ ਫਰੈਂਡਸ ਆ ਉਹ ਇਕੱਠੇ ਹੋ ਰਹੇ ਆ ਸੋ ਉਹਨਾਂ ਵਾਸਤੇ ਕੀ ਐਡਵਾਈਸ ਆ ਕਿ ਜਦੋਂ ਆਪਾਂ ਕੋਈ ਵੀ ਪੈਂਡੈਮਿਕ ਵੱਲ ਦੇਖੀ ਤਾਂ ਆਪਾਂ ਨੂੰ ਪਤਾ ਵੀ ਉਹਦਾ ਸੈਕੰਡ ਵੇਵ ਵੀ ਆ ਸਕਦਾ ਆ ਕਾਫੀ ਆਪਾਂ ਜਿਹੜੇ ਪੁਰਾਣੇ ਸਪੈਨਿਸ਼ ਫਲੂਜ਼ ਵੇਖੇ ਆ ਹੋਰ ਪੈਂਡੈਮਿਕਸ ਦੇਖੇ ਆ ਜਦੋਂ ਦੂਜੀ ਵਾਰੀ ਆਉਣਾ ਹੁੰਦਾ ਹੈ ਅਤੇ ਫਿਰ ਆਪਾਂ ਨੂੰ ਪਤਾ ਵੀ ਕਾਫੀ ਤਕੜੇ ਤਰੀਕੇ ਦੇ ਨਾਲ ਆਉਂਦਾ ਹੁੰਦਾ ਸੋ ਉਹਨਾਂ ਵਾਸਤੇ ਕੀ ਐਡਵਾਈਸ ਆ ਖਾਸ ਕਰਕੇ ਜਿਹੜੇ ਇੱਥੇ ਸਾਡੀ ਸਰੀ ਵਿੱਚ ਰਹਿ ਰਹੇ ਆ ਖਾਸ ਕਰਕੇ ਇਹੀ ਐਡਵਾਈਸ ਹੈ ਕਿ ਜੋ ਪ੍ਰੀਕਾਸ਼ਨਸ ਮੈਡੀਕਲ ਹੈਲਥ ਆਫਿਸਰਸ ਕਹਿ ਰਹੇ ਨੇ ਹੈਲਥ ਅਥਾਰਟੀਜ਼ ਤੁਹਾਨੂੰ ਦੱਸ ਰਹੀਆਂ ਨੇ ਗੁੱਡ ਹੈਂਡ ਵਾਸ਼ਿੰਗ ਹੈਂਡ ਸੈਨੀਟਾਈਜ਼ਿੰਗ ਫੋਲੋਇੰਗ 6 ਮੀਟਰ ਡਿਸਟੈਂਸ ਇੱਕ ਦੂਜੇ ਤੋਂ ਚਾਹੇ ਤੁਸੀਂ ਇਕੱਠੇ ਹੀ ਹੋ ਰਹੇ ਹੋ ਐਂਡ ਸਮਾਲ ਗਰੁੱਪਸ ਬਟ ਫਿਰ ਵੀ ਉਹ ਡਿਸਟੈਂਸਿੰਗ ਬਹੁਤ ਇੰਪੋਰਟੈਂਟ ਹੈ ਕਿਉਂਕਿ ਜੋ 에ਅਰਬੋਰਨ ਜਾਂ ਡ੍ਰੌਪਲੇਟ ਤਰ੍ਹਾਂ ਦੀ ਵਾਇਰਸ ਹੁੰਦੀ ਆ ਉਹ ਤੁਹਾਨੂੰ ਫੈਲ ਸਕਦੀ ਆ ਵਿਦਆਊਟ ਯੂ ਇਵਨ ਨੋਇੰਗ ਵਨ ਯੂ ਆਰ ਕਲੋਜ਼ਰ ਟੂ ਅ ਪਰਸਨ ਸੋ ਜਦੋਂ ਆਪਾਂ ਨੇੜੇ ਖਾ ਰਹੇ ਹੈਗੇ ਆ ਇੱਕ ਦੂਜੇ ਦੇ ਨੇੜੇ ਬੈਠੇ ਆ ਚਾਂਸਸ ਆਫ ਅਸ ਕੰਟਰੈਕਟਿੰਗ ਜਾਂ ਆਪਾਂ ਨੂੰ ਬਿਮਾਰੀ ਲੱਗਣ ਦੇ ਚਾਂਸਸ ਵੱਧ ਹੁੰਦੇ ਨੇ ਸੋ ਜੋ ਸੋਸ਼ਲ ਡਿਸਟੈਂਸਿੰਗ ਹੈਗੀ ਆ 2 ਮੀਟਰ ਦੀ ਉਹ ਜ਼ਰੂਰ ਰੱਖਣੀ ਹੈਗੀ ਆ ਮਾਸਕ ਕਲੌਥ ਮਾਸਕ ਪਾ ਸਕਦੇ ਹੋ ਜਿਸ ਤਰ੍ਹਾਂ ਡਾਕਟਰ ਬੌਨੀ ਹੈਨਰੀ ਨੇ ਐਡਵਾਈਸ ਦਿੱਤਾ ਹੈਗਾ ਕਿ ਤੁਸੀਂ ਕਲੌਥ ਮਾਸਕ ਪਾਓ ਐਂਡ ਬਾਹਰ ਅੰਦਰ ਜਾਣ ਵੇਲੇ ਮਾਸਕ ਪਾ ਕੇ ਜਾ ਸਕਦੇ ਆ ਤਾਂ ਕਿ ਤੁਸੀਂ ਹੋਰਾਂ ਨੂੰ ਨਹੀਂ ਉਹ ਬਿਮਾਰੀ ਜੇ ਤੁਹਾਨੂੰ ਹੋ ਵੀ ਗਈ ਤਾਂ you will protect others So the masks aren't for protecting yourself, they're more for protecting others. Kyunki je thonu khang hundi hai ja you're doing something, then the droplets won't spread. But like in social distancing and hand washing is to protect yourself. Right. So thonu ਇਹ mind ਵਿੱਚ ਰੱਖਣਾ ਚਾਹੀਦਾ ਹੈਗਾ ਕਿ ਜਿਹੜੀ social distancing ਮੈਂ ਕਿਸੇ ਤੋਂ ਦੂਰ ਰਹੂੰਗਾ ਜਾਂ ਰਹੂੰਗੀ ਤਾਂ ਉਹਦੇ ਨਾਲ ਮੈਨੂੰ ਫਾਇਦਾ ਹੈਗਾ ਤੇ ਗੁੱਡ ਹੈਂਡ ਵਾਸ਼ਿੰਗ ਥਰੂਆਊਟ ਦ ਡੇ ਕਿਉਂਕਿ ਜਿਹੜੀ ਇਹ ਵਾਇਰਸ ਹੈਗੀ ਆ ਇਹ ਆਬਜੈਕਟਸ ਦੇ ਉੱਪਰ ਆਪਾਂ ਨੂੰ ਸਭ ਨੂੰ ਪਤਾ ਬਿਗਿਨਿੰਗ ਤੋਂ ਹੀ ਡਾਕਟਰ ਬੌਨੀ ਹੈਨਰੀ ਐਂਡ ਹੋਰ ਮੈਡੀਕਲ ਹੈਲਥ ਆਫਿਸਰਸ ਦੱਸ ਰਹੇ ਨੇ ਇਹ ਆਬਜੈਕਟਸ ਦੇ ਉੱਪਰ ਕਾਫੀ ਦਿਨ ਤੱਕ ਵੀ ਰਹਿ ਸਕਦੀ ਹੈਗੀ ਆ ਸੋ ਮੈਨੀ ਆਵਰਸ ਮੈਨੀ ਡੇਜ਼ ਇਹ ਬਿਮਾਰੀ ਹੋਰ ਬਿਮਾਰੀਆਂ ਨਾਲੋਂ ਇਸ ਲੋਟ ਡਿਫਰੈਂਟ ਹੈਗੀ ਆ ਐਂਡ ਦੈਟਸ ਵਾਈ so many restrictions were in place that's why his SARS ਨਾਲੋਂ different ਆ ਜਾਂ ਹੋਰ ਜੋ ਬਿਮਾਰੀਆਂ ਆਈਆਂ ਉਹਨਾਂ ਨਾਲੋਂ ਤਾਂ different ਹੈਗੀ ਆ ਕਿਉਂਕਿ ਇਹ spread ਬਹੁਤ ਛੇਤੀ ਹੁੰਦੀ ਆ and secondly ਇਹ objects ਦੇ ਉੱਪਰ ਜ਼ਿਆਦਾ ਚਿਰ ਲਈ ਰਹਿੰਦੀ ਹੈਗੀ ਆ so chances of you contracting it again are higher ਆਪਣੇ ਸਿਰਫ ਬਾਕੀ 2 ਮਿੰਟ ਰਹਿ ਗਏ ਦਪਿੰਦਰ ਮੈਨੂੰ ਪਤਾ ਇਸ ਵੇਲੇ ਤੁਸੀਂ ਘਰੋਂ ਬਾਹਰ ਆ ਸੋ ਕੋਈ ਉਮੀਦ ਹੈਗੀ ਆ ਕੋਈ ਤੁਹਾਡੇ ਕੋਲ ਡੇਟ ਹੈਗਾ ਸ਼ਾਇਦ ਤੁਸੀਂ ਘਰੇ ਵਾਪਸ ਕਦੋਂ ਜਾਓਗੇ ਤੇ ਸਭ ਤੋਂ ਜ਼ਿਆਦਾ ਚੀਜ਼ ਤੁਸੀਂ ਕੀ ਮਿਸ ਕਰਦੇ ਆ being away from home being away from home obviously you miss home definitely right being away from home ਏਦਾਂ ਹੀ ਹੁੰਦਾ ਬੱਚੇ I really miss my kids often and always trying to check up on them stressful ho jandi hai life because you're trying to still live your family life but you're trying to do your work at the same time so I don't know exactly ਵੀ ਕਦੋਂ ਅਸੀਂ ਵਾਪਸ ਬਿਲਕੁਲ ਘਰੇ ਜਾਵਾਂਗੇ ਮਤਲਬ ਵੀ ਜਦੋਂ ਸਾਨੂੰ ਲੱਗਿਆ ਵੀ COVID is kind of very under control ਕਿ ਫੈਲਣ ਦੇ chances ਘੱਟ ਨੇ so ਇਸ ਵਕਤ ਸਾਨੂੰ June 15 ਤੱਕ ਡੇਟ ਦਿੱਤੀ ਗਈ ਹੈਗੀ ਆ so in Vancouver coastal region we're been ਕਹ ਲਓ ਸਾਡੇ ਜੋ units ਹੈਗੇ ਨੇ ਜਾਂ ਸਾਨੂੰ ਜਗ੍ਹਾ ਦਿੱਤੀ ਗਈ ਹੈਗੀ is till June 15 ਫਿਰ ਉਸ ਤੋਂ ਮਗਰੋਂ ਇਹ assess ਕਰਨਗੇ ਦੁਬਾਰਾ and ਨਾਲ ਦੀ ਨਾਲ ਜੋ health authorities ਹੈਗੀਆਂ they are assessing and seeing ਕਿ okay ਹੁਣ ਅਸੀਂ ਠੀਕ ਹੈਗੇ ਆ ਤੁਸੀਂ ਘਰਾਂ ਨੂੰ ਵਾਪਸ ਜਾ ਸਕਦੇ ਹੋ ਜਾਂ how it is so I find it really funny because ਇੱਥੇ ਹੋਰ ਵੀ ਸਾਡੇ unit ਜਿਵੇਂ ਨਾਲ ਦੀ unit ਸਾਰੀਆਂ ਨਰਸਾਂ ਹੈਗੀਆਂ ਨੇ ਆਲੇ ਦੁਆਲੇ ਮੇਰੇ
ਸੋ ਇਸ ਤੋਂ ਲੋਟ ਅਸੀਂ ਆਪਦੀ ਫੈਮਿਲੀ ਰੱਖ ਰਹੇ ਹੈਗੇ ਆ ਕਿ ਜੇ ਅਸੀਂ ਆਪਦੀ ਫੈਮਿਲੀ ਨੂੰ ਮਿਸ ਕਰਦੇ ਹਾਂ ਤਾਂ at least we have other co-workers in the same units, so we're able to at least socialize that way. Okay. So very Deepinder, difficult, but thank you so much. I think from all of us, our community, ਕਿ ਤੁਸੀਂ ਆਪਣਾ ਘਰ-ਬਾਰ ਛੱਡ ਕੇ front lines ਤੇ ਕੰਮ ਕਰ ਰਹੇ ਹੋ, ਇੰਨੀਆਂ ਕੁਰਬਾਨੀਆਂ ਦੇ ਲਿਆ ਸਾਡੇ ਵਾਸਤੇ, ਸਾਡੇ health ਵਾਸਤੇ, and especially putting yourself at risk. So we want to thank you on behalf of our whole team here, and I think part of the community for doing this for us. And we hope that June 15 you're able to go back home, and we can all put this behind us. Thank you for taking the time to speak with us today. thank you so much, Suki. Thank you, Channel Punjabi, and thank you, ਦਰਸ਼ਕਾਂ ਨੂੰ ਸਾਰਿਆਂ ਨੂੰ। ਸਤਿ ਸ਼੍ਰੀ Thank ਅਕਾਲ। you. ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਅੱਜ ਦਾ ਪ੍ਰੋਗਰਾਮ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ। ਕਾਫੀ ਸਾਨੂੰ ਇਨਫੋਰਮੇਸ਼ਨ ਦਪਿੰਦਰ ਕੋਲ ਮਿਲੀ ਆ। ਕਰੋਨਾ ਵਾਇਰਸ ਹਜੇ ਸਾਡੇ ਵਿੱਚ ਮੌਜੂਦ ਹੈ, ਇਹ ਹਾਲੇ ਗਿਆ ਨੀਗਾ। ਸੋ ਪਲੀਜ਼ ਪ੍ਰੈਕਟਿਸ ਯੂਰ ਸੋਸ਼ਲ ਡਿਸਟੈਂਸਿੰਗ, ਹੱਥ ਧੋਵੋ, ਸੈਨੀਟਾਈਜ਼ਰ ਯੂਜ਼ ਕਰੋ ਐਂਡ ਜਸਟ ਬੀ ਰਿਸਪੌਂਸਿਬਲ। ਕੱਲ੍ਹ ਨੂੰ ਤੁਹਾਡੇ ਵਾਸਤੇ ਇੱਕ ਨਵਾਂ ਸ਼ੋਅ ਲੈ ਕੇ ਅਸੀਂ ਹਾਜ਼ਰ ਹੋਵਾਂਗੇ, ਮਾਰਨਿੰਗ ਸ਼ੋਅ ਲਾਈਵ ਫਰਮ ਸਰੀ। ਸੋ ਕੱਲ੍ਹ ਨੂੰ ਤਾਈਂ ਤੁਹਾਡੀ ਆਪਣੀ ਸੁੱਖੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ, ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।